गुरपुरा जिन सिमरिया से पए निहाल। नानक नाम आराधना कारज आवे रास। पूरा प्रभ आराध्या पूरा जाका नाम। नानक पूरा पाया पूरे के गुण गाओ। जे सो चंदा उगवै सूरज चढ़े हजार। जे सो चंदा उगवै सूरज चढ़े हजार। इते चानण हुंदियां गुर बिन कोर अंधार। ऐसे गुर को बल बल जाय। 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 आप मुकत मोहे तारे। आप मुकत मोहे तारे। ऐसे गुर को बल बल जाय। ऐसे गुर को बल बल जाय। नारायण नार पद नमस्कार। नारायण नार नमस्कार। नारायण नार पद नमस्कार। ऐसे गुर को बल बल जाय। ऐसे गुर को बल बल जाय। आप मुकत मोहे तारे। आप मुकत मोहे तारे। आप मुकत मोहे तारे। आप मुकत मोहे तारे। ऐसे गुर को बल बल जाय। ऐसे गुर को बल बल जाय। आप मुकत मोहे तारे। जी आप मुकत मोहे तारे। ऐसे गुर को बल बल जाय। ऐसे गुर को बल बल जाय। कवन 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 गुण कहिए।
ਕਵਨ ਕਵਨ ਗੁਣ ਕਹੀਐ ਕਵਨ 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 ਗੁਣ ਕਹੀਐ ਅੰਤ ਨਹੀਂ ਕਛ ਪਾਰੈ ਅੰਤ ਨਹੀਂ ਕਛ ਪਾਰੈ ਲੱਖ 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 ਕਈ ਕੋਰੈ ਲੱਖ 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 ਕਈ ਕੋਰੈ ਕੋ ਹੈ ਸੋ ਵਿਚਾਰੈ ਕੋ ਹੈ ਸੋ ਵਿਚਾਰੈ ਕੋ ਹੈ ਸੋ ਵਿਚਾਰੈ ਕੋ ਹੈ ਸੋ ਵਿਚਾਰੈ ਐਸੇ ਗੁਰ ਕੋ ਬਲ ਬਲ ਜਾਇ ਐਸੇ ਗੁਰ ਕੋ ਬਲ ਬਲ ਜਾਇ ਆਪ ਮੁਕਤ ਮੋਹਿ ਤਾਰੈ ਆਪ ਮੁਕਤ ਮੋਹਿ ਤਾਰੈ ਐਸੇ ਗੁਰ ਕੋ ਬਲ ਬਲ ਜਾਇ ਐਸੇ ਗੁਰ ਕੋ ਬਲ ਬਲ ਜਾਇ ਐਸੇ ਗੁਰ ਕੋ ਬਲ ਬਲ ਜਾਈਐ ਬਿਸਮ 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 ਹੀ ਪਈ ਹੈ ਬਿਸਮ 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 ਹੀ ਪਈ ਹੈ ਲਾਲ ਗੁਲਾਲ ਰੰਗਾਰੈ ਲਾਲ ਗੁਲਾਲ ਰੰਗਾਰੈ ਕਉ ਨਾਨਕ ਸੰਤਨ ਰਸ ਆਈ ਹੈ ਕਉ ਨਾਨਕ ਸੰਤਨ ਰਸ ਆਈ ਹੈ ਕਿਉ ਚਾਦਰ ਗੁੰਗਾ ਮੁਸਕਾਰੈ ਕਿਉ ਚਾਦਰ ਗੁੰਗਾ ਮੁਸਕਾਰੈ ਕਿਉ ਚਾਦਰ ਗੁੰਗਾ ਮੁਸਕਾਰੈ ਕਿਉ ਚਾਦਰ ਗੁੰਗਾ ਮੁਸਕਾਰੈ ਐਸੇ ਗੁਰ ਕੋ ਬਲ ਬਲ ਜਾਇ ਐਸੇ ਗੁਰ ਕੋ ਬਲ ਬਲ ਜਾਇ ਆਪ ਮੁਕਤ ਮੋਹਿ ਤਾਰੈ ਆਪ ਮੁਕਤ ਮੋਹਿ ਤਾਰੈ ਐਸੇ ਗੁਰ ਕੋ ਬਲ ਬਲ ਜਾਇ ਐਸੇ ਗੁਰ ਕੋ ਐਸੇ ਗੁਰ ਕੋ ਐਸੇ ਗੁਰ ਕੋ ਬਲ ਬਲ ਜਾਇ ਆਪ ਮੁਕਤ ਮੋਹਿ ਤਾਰੈ ਸਾ ਧਰਤੀ ਪਈ ਹਰਿ ਆਵਰੀ ਸਾ ਧਰਤੀ ਪਈ ਹਰਿ ਆਵਨੀ ਸਾ ਧਰਤੀ ਪਈ ਹਰਿ ਆਵਨੀ ਜਿੱਥੇ ਮੇਰਾ ਸਤਿਗੁਰ ਬੈਠਾਇਆ ਏ ਜਿੱਥੇ ਮੇਰਾ ਸਤਿਗੁਰ ਬੈਠਾਇਆ ਏ ਸਾ ਧਰਤੀ ਪਈ ਹਰਿ ਆਵਰੀ
ਤਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ ਜਿਨੀ ਗੁਰੂ ਜਣਿਆ ਮਾਏ ਤਨ ਤਨ ਪਿਤਾ ਤਨ ਤਨ ਕੋਲ ਤਨ ਤਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ ਤਨ ਤਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ ਸਾ ਧਰਤੀ ਪਈ ਹਰਿ ਆਵਨੀ ਸਾ ਧਰਤੀ ਪਈ ਹਰਿ ਆਵਨੀ ਜਿੱਥੇ ਮੇਰਾ ਸਤਿਗੁਰ ਬੈਠਾ ਏ ਜਿੱਥੇ ਮੇਰਾ ਸਤਿਗੁਰ ਬੈਠਾ ਏ ਸਾ ਧਰਤੀ ਪਈ ਹਰਿ ਆਵਨੀ ਸਾ ਧਰਤੀ ਪਈ ਹਰਿ ਆਵਨੀ ਤਨ ਤਨ ਗੁਰੂ ਜਿਨ ਨਾਮ ਆਰਾਧਿਆ ਤਨ ਤਨ ਗੁਰੂ ਜਿਨ ਨਾਮ ਆਰਾਧਿਆ ਆਪ ਤਰਿਆ ਜਿਨੀ ਡਿਠਾ ਤਿਨਾ ਲੈ ਛੁਡਾਏ ਆਪ ਤਰਿਆ ਜਿਨੀ ਡਿਠਾ ਤਿਨਾ ਲੈ ਛੁਡਾਏ ਸਾ ਧਰਤੀ ਪਈ ਹਰਿ ਆਵਨੀ ਸਾ ਧਰਤੀ ਪਈ ਹਰਿ ਆਵਨੀ ਜਿੱਥੇ ਮੇਰਾ ਸਤਿਗੁਰ ਬੈਠਾ ਏ ਜਿੱਥੇ ਮੇਰਾ ਸਤਿਗੁਰ ਬੈਠਾ ਏ ਸਾ ਧਰਤੀ ਪਈ ਹਰਿ ਆਵਨੀ ਸਾ ਧਰਤੀ ਪਈ ਹਰਿ ਆਵਨੀ ਹਰ ਸਤਿਗੁਰ ਮੇਲੋ ਦਇਆ ਕਰ 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 ਜਨ ਨਾਨਕ ਤੋਵੈ ਪਾਏ ਹਰ ਸਤਿਗੁਰ ਮੇਲੋ ਦਇਆ ਕਰ ਹਰ ਸਤਿਗੁਰ ਮੇਲੋ ਦਇਆ ਕਰ ਜਨ ਨਾਨਕ ਤੋਵੈ ਪਾਏ ਜਨ ਨਾਨਕ ਤੋਵੈ ਪਾਏ ਸਾ ਧਰਤੀ ਪਈ ਹਰਿ ਆਵਨੀ ਸਾ ਧਰਤੀ ਪਈ ਹਰਿ ਆਵਨੀ ਜਿੱਥੇ ਮੇਰਾ ਸਤਿਗੁਰ ਬੈਠਾ ਏ ਜਿੱਥੇ ਮੇਰਾ ਸਤਿਗੁਰ ਬੈਠਾ ਏ ਸਾ ਧਰਤੀ ਪਈ ਹਰਿ ਆਵਨੀ ਸਾ ਧਰਤੀ ਪਈ
ਤਪ ਸੰਜਮ ਨਾਲ ਤੁਧ ਹੋਰ ਮੋਚ ਕਰੂਰ ਫੇਰ ਵਸਾਇਆ ਫੇਰਵਾ ਸਤਿਗੁਰੂ ਖਡੂਰ ਫੇਰ ਵਸਾਇਆ ਫੇਰਵਾ ਸਤਿਗੁਰੂ ਖਡੂਰ ਵਸਾਇਆ ਫੇਰਵਾ ਸਤਿਗੁਰੂ ਖਡੂਰ ਫੇਰ ਵਸਾਇਆ ਫੇਰਵਾ ਸਤਿਗੁਰੂ ਖਡੂਰ ਜਪ ਤਪ ਸੰਜਮ ਨਾਲ ਤੂੰ ਹੋਰ ਮੋਚ ਗਰੂਰ ਜਪ ਤਪ ਸੰਜਮ ਨਾਲ ਤੂੰ ਹੋਰ ਮੋਚ ਗਰੂਰ ਫੇਰ ਵਸਾਇਆ ਫੇਰਵਾ ਸਤਿਗੁਰੂ ਖਡੂਰ ਫੇਰ ਵਸਾਇਆ ਫੇਰਵਾ ਸਤਿਗੁਰੂ ਖਡੂਰ ਫੇਰ ਵਸਾਇਆ ਫੇਰਵਾ ਸਤਿਗੁਰੂ ਖਡੂਰ ਸਤਿਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਕੋੜਿਆਂ ਦਾਰ ਗੁਰੂ ਬਿਨ ਸਮਝ ਨਾ ਆਵੇ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰੂ ਬਿਨ ਮੁਕਤ ਨ ਪਾਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰੂ ਬਿਨ ਮੁਕਤ ਨ ਪਾਵੇ ਗੁਰੂ ਬਿਨ ਮੁਕਤ ਨ ਪਾਵੇ ਗੁਰ ਬਿਨ ਕੋੜਿਆਂ ਦਾਰ ਗੁਰੂ ਬਿਨ ਸਮਝ ਨ ਆਵੇ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਕੋੜਿਆਂ ਦਾਰ ਗੁਰੂ ਬਿਨ ਸਮਝ ਨ ਆਵੇ ਗੁਰੂ ਬਿਨ ਸਮਝ ਨ ਆਵੇ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸੁਪਨ ਅਗਨ ਕਟੈ ਸਭ ਤੇਰੇ ਅਗਨ ਕਟੈ ਸਭ ਤੇਰੇ ਅਗਨ ਕਟੈ ਸਭ ਤੇਰੇ ਗੁਰ ਬਿਨ ਕੋੜਿਆਂ ਦਾਰ ਗੁਰੂ ਬਿਨ ਸਮਝ ਨ ਆਵੇ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਕੋੜਿਆਂ ਦਾਰ ਗੁਰੂ ਬਿਨ ਸਮਝ ਨ ਆਵੇ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ
ਬਿਨ ਸੁਰਤ ਨ ਸਿਧ, ਗੁਰੂ ਬਿਨ ਮੁਕਤ ਨ ਪਾਵੈ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰੂ ਬਿਨ ਸਮਝ ਨ ਆਵੈ। ਗੁਰ ਨੈ ਬੈਣ ਗੁਰ ਗੁਰ ਕਰੋ, ਗੁਰ ਸਤ ਕਵ ਨਲ ਕਹੈ, ਗੁਰ ਸਤ ਕਵ ਨਲ ਕਹੈ। ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰ ਸਤ ਕਵ ਨਲ ਕਹੈ। ਜਿਨ ਗੁਰੂ ਨਾ ਦੇਖਿਓ, ਜਿਨ ਗੁਰੂ ਨਾ ਦੇਖਿਓ, ਨੋ ਕੀਓ ਤੇ ਅਗਿਆਤ ਸੰਸਾਰ ਮੈਂ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨ ਸਿਧ, ਗੁਰੂ ਬਿਨ ਮੁਕਤ ਨ ਪਾਵੈ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਬਿਨ ਸੁਰਤ ਨ ਸਿਧ, ਗੁਰੂ ਬਿਨ ਮੁਕਤ ਨ ਪਾਵੈ, ਗੁਰੂ ਬਿਨ ਮੁਕਤ ਨ ਪਾਵੈ। ਗੁਰੂ ਬਿਨ ਮੁਕਤ ਨ ਪਾਵੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਗੁਰੂ ਬਿਨ ਸਮਝ ਨ ਆਵੈ। ਗੁਰੂ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰੂ ਬਿਨ ਸਮਝ ਨ ਆਵੈ। ਗੁਰੂ ਬਿਨ ਸਮਝ ਨ ਆਵੈ। ਬਲਿਹਾਰੀ ਗੁਰ ਆਪਣੇ, ਦਿਵਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤ ਕੀਏ, ਕਰਤ ਨ ਲਾਗੀ ਵਾਰ। ਲਹਣੇ ਦੀ ਫੇਰਾਈਐ, ਨਾਨਕਾ ਦੋਹੀ ਖੱਟੀਐ। ਜੋਤ ਓਹਾ ਜੁਗਤ ਸਾਇ, ਸਹਿ ਕਾਇਆ ਫੇਰ ਪਲਟੀਐ। ਚੁੱਲ੍ਹਾ ਸੋ ਛਤ ਨਿਰੰਜਨੀ, ਮਲ ਤਖਤ ਬੈਠਾ ਗੁਰ ਹਟੀਐ। ਕਰੇ ਜੇ ਗੁਰ ਫਰਮਾਇਆ, ਸਿਲ ਜੋਗ ਅਲੂਣੀ ਚੱਟੀਐ। ਲੰਗਰ ਚੱਲੈ ਗੁਰ ਸ਼ਬਦ ਹਰ, ਟੋਟ ਨ ਆਵੀ ਖੱਟੀਐ। ਖਰਚੇ ਦਿੱਤ ਖਸਮ ਦੀ, ਆਪ ਖੰਦੀ ਖੈਰ ਦਪਟੀਐ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚੱਟੀਐ।
ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਨਮਾਨ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਮਿਹਰਾਮਤ ਹੋ ਰਹੀ ਹੈ। ਗੁਰੂ ਕੇ ਦਰ ਤੇ ਆਪ ਜੀ ਜੁੜ ਮਿਲ ਬੈਠੇ ਹੋ। ਆਓ ਸਤਿਗੁਰਾਂ ਦੀ ਬਖਸ਼ਿਸ਼ ਗੁਰੂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਪਾਵਨ ਉਸ ਸਮੇਂ ਦੀ, ਜਦੋਂ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਨੇ, ਤਾਂ ਇੱਕ ਤਾਂ ਆਪਾਂ ਇਤਿਹਾਸ ਵਿੱਚੋਂ ਉਹਨਾਂ ਦੇ ਜੀਵਨ ਦੀਆਂ ਸਾਖੀਆਂ ਪੜ੍ਹਦੇ ਹਾਂ, ਸੁਣਦੇ ਹਾਂ, ਇਤਿਹਾਸਕਾਰਾਂ ਨੇ ਲਿਖੀਆਂ ਨੇ। ਔਰ ਸਾਧ ਸੰਗਤ ਜੀ, ਇਹ ਵੀ ਆਪਾਂ ਸਤਿਗੁਰਾਂ ਦੀ ਬਖਸ਼ਿਸ਼ ਤੇ ਰਹਿਮਤ ਦਾ ਸਦਕਾ ਜਾਣਦੇ ਹਾਂ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲਹਿਣਾ ਜੀ ਸੀ, ਜਨਮ ਨਗਰ ਮੱਤੇ ਦੀ ਸਰਾਂ, ਜਿਸ ਨੂੰ ਨਾਗੇ ਦੀ ਸਰਾਂ ਵੀ ਆਖਿਆ ਜਾਂਦਾ, ਜ਼ਿਲ੍ਹਾ ਫਿਰੋਜ਼ਪੁਰ ਦੇ ਅੰਦਰ ਸੀ। ਕਿਰਤ ਦੇ ਕਾਰਨ ਆਪ ਜੀ ਖਡੂਰ ਦੀ ਧਰਤੀ 'ਤੇ ਆਣ ਵਸੇ, ਦੁਕਾਨਦਾਰੀ ਕੀਤੀ। ਪਿਤਾ ਪੁਰਖੀ ਜੋ ਇੱਕ ਧਾਰਮਿਕ ਪਰੰਪਰਾ ਸੀ, ਦੇਵੀ ਦੇ ਦਰਸ਼ਨਾਂ ਲਈ ਜਾਣਾ। ਬਾਬਾ ਫੇਰੂਮਲ ਜੀ ਜਾਂਦੇ ਰਹੇ, ਪਿਤਾ ਜੀ ਦਾ ਚਲਾਣਾ ਹੋ ਗਿਆ। ਜਿੰਨਾ ਸੰਗ ਜੀ, ਜਿੰਨੇ ਸਾਥੀ ਸਨ, ਸਹਿਯੋਗੀ ਸਨ, ਸਾਰਿਆਂ ਨੇ ਭਾਈ ਲਹਿਣਾ ਜੀ ਨੂੰ ਆਪਣਾ ਆਗੂ ਉਸ ਕਾਫਲੇ ਦਾ, ਉਸ ਸੰਗ ਦਾ ਚੁਣ ਲਿਆ। ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਜੀ ਹੋਰਾਂ ਨੇ ਲਿਖਿਆ ਹੈ ਸਤਿਗੁਰਾਂ ਦੇ ਜੀਵਨ ਵਿੱਚ, ਭਾਈ ਲਹਿਣੇ ਦਾ ਨਿਤ ਕਰਮ ਸੀ ਪੈਰਾਂ ਵਿੱਚ ਘੁੰਗਰੂ ਬੰਨ੍ਹ ਕੇ ਸਾਰੀ ਰਾਤ ਦੇਵੀ ਮਾਂ ਦੇ ਜਗਰਾਤਾ ਕਰੀ ਜਾਣਾ, ਉਸ ਦੀ ਉਸਤਤ ਵਡਿਆਈ ਭਜਨ ਗਾਇਨ ਕਰੀ ਜਾਣੇ, ਔਰ ਸਾਲ ਬਾਅਦਾਂ ਉਹਦੇ ਦਰਸ਼ਨਾਂ ਲਈ ਵੀ ਜਾਣਾ। ਇਸ ਤਰ੍ਹਾਂ ਦਾ ਇੱਕ ਦਿਨ ਆਇਆ, ਖਡੂਰ ਦੀ ਧਰਤੀ 'ਤੇ ਸਾਰੀ ਰਾਤ ਦੇ ਜਗਰਾਤੇ ਤੋਂ, ਆਪਣੇ ਸੰਗ ਤੋਂ ਵਾਪਸ ਘਰ ਮੁੜਦਿਆਂ ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਤਾਂ ਇੱਕ ਕੰਨਾਂ ਦੇ ਵਿੱਚ ਆਵਾਜ਼ ਆਈ। ਉਸ ਆਵਾਜ਼ ਦੇ ਵਿੱਚੋਂ, ਉਹਨਾਂ ਬੋਲਾਂ ਦੇ ਵਿੱਚੋਂ ਇਸ ਤਰ੍ਹਾਂ ਦਾ ਰਸ, ਇਸ ਤਰ੍ਹਾਂ ਦਾ ਆਨੰਦ ਚੋਇਆ, ਭਾਈ ਲਹਿਣੇ ਦੇ ਚੱਲਦੇ ਹੋਏ ਕਦਮ ਰੁਕ ਗਏ। ਬਜਾਏ ਕਿ ਜਿਸ ਘਰ ਦੇ ਵਿੱਚੋਂ ਆਵਾਜ਼ ਆ ਰਹੀ ਸੀ, ਦਿਨੇ ਜਾ ਕੇ ਉਸ ਬਾਰੇ ਪੁੱਛਦੇ, ਬਿਨਾਂ ਦੇਰੀ ਤੋਂ ਉਸੇ ਵੇਲੇ ਜਾ ਬੂਹਾ ਖੜਕਾਇਆ। ਦੇਖਿਆ ਬੜੇ ਪਿਆਰ ਦੀ ਮੂਰਤ, ਭਾਵਨਾ ਦੀ ਮੂਰਤ ਸਿੱਖ ਜਿਹੜਾ ਹੈ, ਉਹ ਮਹਾਰਾਜ ਦੀ ਵਡਿਆਈ ਅੰਮ੍ਰਿਤਮਈ ਬਾਣੀ ਦਾ ਪਾਠ ਕਰਦਾ ਜਾ ਰਿਹਾ ਹੈ। ਭਾਈ ਲਹਿਣਾ ਜੀ ਨੇੜੇ ਬੈਠ ਗਏ, ਬਾਣੀ ਦੀ ਸੰਪੂਰਨਤਾ ਹੋਈ। ਮਹਾਰਾਜ ਨੇ ਪਛਾਣ ਲਿਆ, ਮਹਾਰਾਜ ਦੇ ਸੇਵਕ ਨੂੰ ਭਾਈ ਲਹਿਣਾ ਜੀ ਨੇ। ਕਹਿਣ ਲੱਗੇ, ਭਾਈ ਜੋਧ ਜੀ ਤੁਸੀਂ, ਕਿਉਂਕਿ ਇੱਕ ਨਗਰ ਵਿੱਚ ਰਹਿੰਦੇ ਸਨ, ਜਾਣ ਪਛਾਣ ਸੀ। ਕਹਿਣ ਲੱਗੇ, ਭਾਈ ਸਾਹਿਬ ਇਹ ਬਾਣੀ, ਇਹ ਰਚਨਾ ਕਿਸ ਦੀ ਉਚਾਰਨ ਪੜ੍ਹ ਰਹੇ ਹੋ? ਔਰ ਮਹਾਰਾਜ ਦੇ ਸੇਵਕ ਭਾਈ ਜੋਧ ਨੇ ਦੱਸਿਆ, ਇਹ ਗੁਰੂ ਨਾਨਕ ਦੀ ਰਚਨਾ ਹੈ, ਗੁਰੂ ਨਾਨਕ ਦੀ ਬਾਣੀ ਹੈ। ਕਿੱਥੇ ਰਹਿੰਦੇ ਨੇ? ਮਹਾਰਾਜ ਦਾ ਸੇਵਕ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਕਰਤਾਰਪੁਰ ਨਗਰ ਅੰਦਰ ਰਹਿੰਦੇ ਨੇ। ਸਾਧ ਸੰਗਤ ਜੀ, ਉਹ ਪਾਵਨ ਬਾਣੀ ਸੀ ਸ੍ਰੀ ਆਸਾ ਕੀ ਵਾਰ, ਜੋ ਪੌੜੀਆਂ ਰੂਪ ਅੰਦਰ ਸੀ। ਔਰ ਪੌੜੀ ਸੀ, ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ।
ਮੰਦਾ ਮੂਲ ਨ ਕੀਚਾਈ, ਦੇ ਲੰਮੀ ਨਦਰ ਨਿਹਾਲੀਐ। ਜਿਉ ਸਾਹਿਬ ਨਾਲ ਨ ਹਾਰੀਐ, ਤੇ ਵੇਹਾ ਪਾਸਾ ਢਾਲੀਐ। ਕਿਛ ਲਾਹੇ ਉੱਪਰ ਘਾਲੀਐ। ਮਹਾਰਾਜ ਦੀ ਇਸ ਰਚਨਾ ਨੂੰ, ਅੰਮ੍ਰਿਤ ਵਰਖਾ ਨੂੰ ਸੁਣ ਕੇ ਭਾਈ ਲਹਿਣਾ ਕਹਿਣ ਲੱਗੇ, ਮੈਨੂੰ ਉਸ ਮਹਾਨ ਸਤਿਗੁਰੂ ਦੇ ਦਰਸ਼ਨ ਹੋ ਜਾਣ, ਮੇਰੇ ਧਨ ਭਾਗ ਹੋ ਜਾਣਗੇ। ਇਸ ਸਾਲ ਪ੍ਰੋਗਰਾਮ ਬਣ ਗਿਆ ਯਾਤਰਾ 'ਤੇ ਜਾਣ ਤੋਂ ਪਹਿਲਾਂ ਕਰਤਾਰਪੁਰ ਰੁਕਣ ਦਾ। ਸਾਖੀ ਆਪਾਂ ਉਹ ਵੀ ਜਾਣਦੇ ਹਾਂ। ਪਹਿਲੀ ਵਾਰ ਜਦੋਂ ਮਹਾਰਾਜ ਨਾਲ ਮਿਲਾਪ ਹੁੰਦਾ ਹੈ, ਆਪ ਮਹਾਰਾਜ ਭਾਈ ਲਹਿਣਾ ਜੀ ਦੀ ਘੋੜੀ ਦੀ ਵਾਗ ਫੜ ਕੇ ਜਾਂਦੇ ਨੇ, ਔਰ ਪੁੱਛਦਿਆਂ ਪਹਿਲਾਂ ਗੁਰੂ ਨਾਨਕ ਦਾ ਦਰ ਕਿੱਥੇ ਹੈ? ਅੱਗੇ ਹੈ ਗੁਰੂ ਨਾਨਕ ਦਾ ਘਰ। ਕਰਤਾਰਪੁਰ ਕਿੱਥੇ? ਅੱਗੇ ਹੈ। ਕਰਤਾਰਪੁਰ ਵਾਕਿਆ ਸੰਗਤ ਜੀ ਅੱਗੇ ਹੈ। ਕਰਤਾਰ ਦੀ ਪੁਰੀ, ਉਹ ਪ੍ਰਭੂ ਦੀ ਪੁਰੀ, ਉਹ ਮਹਾਨ ਨਗਰੀ, ਜਿਸ ਨਗਰੀ ਨੂੰ ਆਪ ਮਹਾਰਾਜ ਨੇ ਵਸਾਇਆ। ਆਪ ਸਤਿਗੁਰਾਂ ਨੇ ਕਰਤਾਰਪੁਰ ਨਾਮ ਰੱਖਿਆ। 18 ਸਾਲ ਜੀਵਨ ਦੇ ਮਹਾਰਾਜ ਨੇ ਉੱਥੇ ਬਤੀਤ ਕੀਤੇ। ਭਾਈ ਲਹਿਣਾ ਜੀ ਪਹੁੰਚੇ ਨੇ, ਔਰ ਕੀ ਦੇਖਿਆ? ਇਹ ਤਾਂ ਉਹੀ ਗੁਰਮੁਖ ਮਹਾਂਪੁਰਖ ਨੇ ਜਿਹੜੇ ਬਾਹਰੋਂ ਲੈ ਕੇ ਆਏ ਸਨ। ਚਲੋ ਮਹਾਰਾਜ ਤੋਂ ਖਿਮਾ ਮੰਗੀ, ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਹੋ ਗਏ। ਬਸ ਕਾਫਲਾ ਬਾਕੀ ਦਾ ਜਥਾ, ਕੁਝ ਸੰਗੀ ਅੱਗੇ ਚਲੇ ਗਏ। ਔਰ ਸਾਖੀ ਆਪਾਂ ਸਾਰਿਆਂ ਉਹ ਵੀ ਸੁਣੀ ਹੈ। ਮਹਾਰਾਜ ਨੇ ਵੱਡੀਆਂ ਪ੍ਰੀਖਿਆ ਦੇ ਵਿੱਚੋਂ ਵੱਡੀ ਪ੍ਰੀਖਿਆ ਲਈ, ਤਰ੍ਹਾਂ ਤਰ੍ਹਾਂ ਦੇ ਮਹਾਰਾਜ ਨੇ ਉੱਥੇ ਕੌਤਕ ਰਚੇ। ਬਾਬਾ ਸ਼੍ਰੀ ਚੰਦ ਲਖਮੀ ਦਾਸ ਦੀ ਪ੍ਰੀਖਿਆ ਵੀ ਲਈ, ਔਰ ਸ਼੍ਰੀ ਚੰਦ ਬਾਬਾ ਲਖਮੀ ਦਾਸ ਨੇ ਇਹ ਵੀ ਬੋਲ ਕਹੇ ਕਿ ਜੋ ਲੋਟਾ ਕੱਢਣਾ ਸੀ ਪਾਣੀ ਵਿੱਚ ਸੁੱਟਣ ਦੀ ਕੀ ਲੋੜ ਸੀ। ਮਹਾਰਾਜ ਗੁਰੂ ਅੰਗਦ ਸਾਹਿਬ ਵੱਲ ਸਤਿਗੁਰਾਂ ਨੇ ਪਿਆਰ ਦੀ ਨਿਗਾਹ ਮਾਰੀ, ਜਾ ਕੇ ਲੋਟਾ ਕੱਢ ਕੇ ਬਾਹਰ ਲੈ ਆਂਦਾ। ਸਮਾਂ ਆਇਆ ਸੰਗਤ ਜੀ, ਉਹ ਮਹਾਰਾਜ ਦੇ ਜੀਵਨ ਦਾ ਸਮਾਂ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਕਿਰਪਾ ਕੀਤੀ, ਗੁਰੂ ਅੰਗਦ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਰਹਿਣ ਵਾਲੇ ਦੋ ਮਹਾਨ ਕੀਰਤਨੀਏ ਭਾਈ ਸੱਤਾ ਤੇ ਬਲਵੰਡ ਜੀ, ਜਿਨ੍ਹਾਂ ਦੀ ਪਾਵਨ ਰਚਨਾ ਵਾਰ ਜਿਹੜੀ ਹੈ, ਇਹ ਮੈਂ ਪੋਥੀ ਇਸੇ ਕਰਕੇ ਪ੍ਰਕਾਸ਼ ਕੀਤੀ ਹੈ। ਪਾਵਨ ਇਸ ਵਾਰ ਦੀਆਂ 8 ਪੌੜੀਆਂ ਨੇ, ਔਰ ਵਿਦਵਾਨਾਂ ਦਾ ਮੰਨਣਾ ਹੈ ਪਹਿਲੀਆਂ 5 ਪੌੜੀਆਂ ਦੇ ਅੰਦਰ ਗੁਰੂ ਨਾਨਕ ਦੀ ਉਸ ਬਖਸ਼ਿਸ਼ ਦਾ ਜ਼ਿਕਰ ਹੈ ਜਿਹੜੀ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਪ੍ਰਾਪਤ ਹੋਈ। ਫਿਰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਪਹਿਲਾਂ ਗੁਰੂ ਅਮਰਦਾਸ ਜੀ ਦੇ ਮਹਾਰਾਜ ਦੀ ਵਡਿਆਈ ਵਿੱਚ ਇੱਕ ਪੌੜੀ ਹੈ 6 ਨੰਬਰ। 7 ਨੰਬਰ ਹੈ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਜਿਸ ਅੰਦਰ ਸ਼ਬਦ ਨੇ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਇਸੇ ਤਰ੍ਹਾਂ ਚਾਰੇ ਜਾਗੇ ਚੌ ਜੁਗੀ ਪੰਚਾਇਨ ਆਪੇ ਹੋਆ। ਸਭ ਤੋਂ ਵੱਡੀ ਅਗਵਾਈ ਜਿਹੜੀ ਹੈ ਗੁਰਤਾ ਦੀ ਪਰੰਪਰਾ ਦੀ, ਗੁਰੂ ਕਾਲ ਦੇ ਅੰਦਰ ਗੁਰ ਇਤਿਹਾਸ ਵਿੱਚ, ਉਹ ਸਾਡੇ ਕੋਲ ਵਾਰ ਹੈ ਭਾਈ ਸੱਤਾ ਤੇ ਬਲਵੰਡ ਜੀ ਦੀ ਉਚਾਰਨ ਕੀਤੀ ਹੋਈ। ਔਰ ਜੋ ਕੁਝ ਉੱਥੇ ਹੋਇਆ, ਜਿਵੇਂ ਮਹਾਰਾਜ ਨੇ ਬਖਸ਼ਿਸ਼ ਕੀਤੀ, ਔਰ ਜਿਵੇਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਕਾ ਹੁਕਮ ਮੰਨਿਆ, ਉਹ ਸਾਰਾ ਮਹਾਰਾਜ ਦੀ ਇਸ ਉਸਤਤ ਦੀ ਉਚਾਰਨ ਕੀਤੀ ਵਾਰ ਵਿੱਚ ਭਾਈ ਸੱਤਾ ਤੇ ਬਲਵੰਡ ਜੀ ਨੇ ਅੰਕਿਤ ਕੀਤਾ। ਆਓ ਪਿਆਰ ਤੇ ਸ਼ਰਧਾ ਨਾਲ ਯਤਨ ਕਰੀਏ ਰਹਿੰਦੇ ਸਮੇਂ ਵਿੱਚ ਪਹਿਲੀਆਂ 5 ਪੌੜੀਆਂ ਦੇ ਸੰਖੇਪ ਅਰਥ ਜਿਹੜੇ ਨੇ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਜਦੋਂ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ, ਇਹ ਮਹਾਨ ਬਖਸ਼ਿਸ਼ ਹੋਈ ਜਿਸ ਦਾ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਥਾਪਿਆ ਲਹਿਣਾ ਜੀਮ ਦੇ, ਗੁਰਿਆਈ ਸਿਰ ਛਤਰ ਫੇਰਾਇਆ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਉਹ ਕਿਰਪਾ, ਔਰ ਬਾਬਾ ਬੁੱਢਾ ਸਾਹਿਬ ਜੀ ਨੇ ਕੇਸਰ ਦਾ ਤਿਲਕ ਲਾ ਕੇ
5 ਪੈਸੇ ਨਾਰੀਅਲ ਜੋ ਮਹਾਰਾਜ ਨੇ ਮਰਜ਼ਾਦਾ ਬਖਸ਼ੀ ਸੀ ਸੰਪੂਰਨ ਕੀਤੀ। ਔਰ ਗੁਰੂ ਅੰਗਦ ਸਾਹਿਬ ਮਹਾਰਾਜ ਜੋ ਭੱਟਾਂ ਨੇ ਪਾਵਨ ਬਚਨ ਕਹੇ ਨੇ, ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ, ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿਨ ਸ਼ਬਦ ਸੁਰਤ ਕੀਨੀ ਵਰਖਾਈ। ਮਹਾਰਾਜ ਦੀ ਪਾਵਨ ਵਡਿਆਈ ਅੰਦਰ ਇਹ ਬਚਨ ਨੇ। ਪਿਆਰ ਤੇ ਸ਼ਰਧਾ ਨਾਲ ਇੱਕ ਵਾਰ ਸਾਰੇ ਜਪੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤਾ ਡੂਮ ਆਖੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਰੰਭਕ ਸਰਲੇਖ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ, ਇਹ ਭਾਈ ਬਲਵੰਡ ਤੇ ਸੱਤਾ ਜੀ ਦੀ ਉਚਾਰਨ ਕੀਤੀ ਗੁਰੂ ਉਸਤਤ ਅੰਦਰ ਵਾਰ ਹੈ 8 ਪੌੜੀਆਂ ਵਾਲੀ। ਇਸ ਦਾ ਇੱਕ ਵੱਖਰਾ ਇਤਿਹਾਸ ਹੈ, ਸਾਖੀ ਹੈ, ਉਹ ਆਪਾਂ ਕਿਤੇ ਫਿਰ ਵਿਚਾਰਾਂਗੇ। ਔਰ ਸੰਖੇਪ ਰੂਪ ਅੰਦਰ ਅੱਗੇ ਮੂਲ ਮੰਤਰ ਦਾ ਉਚਾਰਨ ਹੈ, ਉਦੁੱਤੀ ਪਾਰਬ੍ਰਹਮ ਪਰਮੇਸ਼ਰ ਇੱਕ ਹੈ ਜੀ। ਉਸ ਇੱਕ ਦੀ ਪ੍ਰਾਪਤੀ ਗੁਰੂ ਕਿਰਪਾ ਦੁਆਰਾ ਹੁੰਦੀ ਹੈ। ਅੱਗੇ ਕਿਰਪਾ ਕਰਦੇ ਨੇ, ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਵੰਦਾ। ਮਹਾਰਾਜ ਦੀ ਉਸਤਤ ਅੰਦਰ ਸਭ ਕਹਿੰਦੇ ਨੇ, ਜਦੋਂ ਸਮਰੱਥ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹ ਆਪ ਨਿਆਂ ਕਰੇ ਤਾਂ ਉਸ ਦੇ ਹੁਕਮ ਨੂੰ, ਉਸ ਦੇ ਨਿਆਂ ਨੂੰ ਕਿਵੇਂ ਜੋਖਿਆ ਜਾਂ ਤੋਲਿਆ ਜਾ ਸਕਦਾ ਹੈ। ਭਾਵ ਕਿ ਜਦੋਂ ਮਾਲਕ ਆਪ ਫੈਸਲਾ ਕਰ ਦੇਵੇ, ਆਪ ਹੁਕਮ ਕਰ ਦੇਵੇ, ਤਾਂ ਉਹਦੇ ਗਾੜੇ ਕੋਈ ਉਜਰ ਨਹੀਂ ਕੀਤਾ ਜਾ ਸਕਦਾ। ਕਹਿਣ ਦਾ ਭਾਵ ਕਿ ਗੁਰੂ ਨਾਨਕ ਸਾਹਿਬ ਨੇ ਆਪ ਇਹ ਫੈਸਲਾ ਕੀਤਾ ਕਿ ਇਸ ਪ੍ਰਭੂ ਜੋਤ ਦੇ ਟਿਕਾਉਣ ਦਾ ਟਿਕਾਣਾ ਜਿਹੜਾ ਹੈ ਉਹ ਭਾਈ ਲਹਿਣਾ ਜੀ ਦਾ ਹਿਰਦਾ ਹੈ। ਅੱਗੇ ਬਚਨ ਨੇ, ਦੇ ਗੁਨਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀ ਵੰਦਾ। ਦੈਵੀ ਗੁਣ ਜਿਹੜੇ ਨੇ ਇਹ ਜੀਵਨ ਦੇ ਅੰਦਰ ਭੈਣ ਭਰਾ ਨੇ। ਦੈਵੀ ਗੁਣ ਕੀ ਗਏ ਨੇ ਜੀ? ਸਤ ਸੰਤੋਖ ਦਇਆ ਧਰਮ ਧੀਰਜ। ਸਭ ਕਹਿੰਦੇ ਨੇ ਜਿਹੜੇ ਪੁੱਤਰ ਨੇ, ਜਿਹੜੇ ਬਿੰਦੀ ਪੁੱਤਰ ਨੇ, ਉਹ ਸਾਕ ਕਰਕੇ ਰਿਸ਼ਤਿਆਂ ਦੇ ਕਰਕੇ ਹੀ ਗੱਦੀ ਦਾ ਹੱਕ ਮੰਗਦੇ ਸਨ। ਕੁਦਰਤੀ ਗੱਲ ਹੈ, ਮਨੁੱਖ ਆਪਣੀ ਪਿਤਾ ਪੁਰਖੀ ਵਿਰਾਸਤ 'ਤੇ ਹੱਕ ਰੱਖਦਾ ਹੈ ਜਿਹਨੇ ਜਨਮ ਦਿੱਤਾ ਹੋਵੇ। ਇਹ ਪਰਿਵਾਰਕ ਨੇ, ਰਿਸ਼ਤਿਆਂ ਵਿੱਚ ਹੋ ਸਕਦਾ ਹੈ। ਗੁਰੂ ਨਾਨਕ ਦੇ ਦਰ ਦਾ ਰਿਸ਼ਤਾ ਹਰ ਉਸ ਮਨੁੱਖ ਨਾਲ ਹੈ ਜਿਹੜਾ ਪਰਮੇਸ਼ਰ ਪ੍ਰਭੂ ਦੀ ਜੋਤ ਮਾਲਕ ਦੇ ਚਰਨਾਂ ਨਾਲ ਜੁੜ ਗਿਆ। ਔਰ ਮਹਾਰਾਜ ਕਹਿੰਦੇ ਨੇ, ਬਚਨ ਨੇ ਭਾਈ ਸੱਤਾ ਤੇ ਬਲਵੰਡ ਜੀ ਦੇ, ਸਭ ਕਹਿੰਦੇ ਨੇ ਅਸਲ ਇੱਥੇ ਰਿਸ਼ਤਾ ਖੂਨ ਦਾ ਨਹੀਂ, ਇੱਥੇ ਗੁਣਾਂ ਦਾ ਰਿਸ਼ਤਾ ਹੈ। ਇੱਥੇ ਗੁਣਾਂ ਦੀ ਸਾਂਝ ਹੈ, ਜਿਸ ਕਰਕੇ ਭਾਈ ਲਹਿਣਾ ਜੀ ਨੂੰ ਪਹਿਲ ਦਿੱਤੀ ਗਈ। ਔਰ ਉਸੇ ਦੀ ਪੂਰੀ ਪੈਂਦੀ ਹੈ ਜਿਹੜਾ ਗੁਣਾਂ ਕਰਕੇ ਭਰਪੂਰ ਹੋਵੇ, ਉਹਦੇ 'ਤੇ ਕਿਰਪਾ ਹੁੰਦੀ ਹੈ। ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਵੰਦਾ। ਸਭ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਗੁਰਮਤਿ ਦਾ ਇਹ ਰਾਜ ਕਾਇਮ ਕੀਤਾ। ਔਰ ਸੱਚ ਰੂਪੀ ਕਿਲ੍ਹਾ ਜਿਹੜਾ ਹੈ ਉਹ ਤਕੜੀ ਨੀਂਹ 'ਤੇ ਉਸਾਰਿਆ, ਵੱਡੀ ਨੀਂਹ ਬਣਾਈ ਗਈ, ਉਹਦੇ 'ਤੇ ਇਸ ਦੀ ਉਸਾਰੀ ਕੀਤੀ ਗਈ। ਲਹਿਣੇ ਧਰਿਓ ਨਛੱਤ ਸਿਰ, ਕਰ ਸਿਫਤੀ ਅੰਮ੍ਰਿਤ ਪੀਵੰਦਾ। ਇਸ ਤਰ੍ਹਾਂ ਸੰਗਤ ਜੀ, ਭਾਈ ਲਹਿਣੇ ਦੇ ਸਿਰ 'ਤੇ ਇਹ ਵੱਡੀ ਜ਼ਿੰਮੇਵਾਰੀ ਜਿਹੜੀ ਸੀ, ਇਹ ਛਤਰ ਜਿਹੜਾ ਸੀ ਗੁਰਿਆਈ ਦਾ, ਉਹ ਮਾਲਕ ਦੀ ਕਿਰਪਾ ਨਾਲ ਰੱਖ ਦਿੱਤਾ। ਲਹਿਣੇ ਧਰਿਓ ਨਛੱਤ ਸਿਰ, ਕਰ ਸਿਫਤੀ ਅੰਮ੍ਰਿਤ ਪੀਵੰਦੇ।
ਜਿਨ੍ਹਾਂ ਨੇ ਹਰੀ ਪਰਮੇਸ਼ਰ ਦੀ ਸਿਫਤ ਰੂਪੀ ਅੰਮ੍ਰਿਤ ਵਰਖਾ ਨੂੰ ਛਕਿਆ ਭੁੰਚਿਆ। ਅੱਗੇ ਪਾਵਨ ਬਚਨ ਨੇ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾ ਕੋਇ ਜੀ ਦਾ। ਇਸ ਤਰ੍ਹਾਂ ਕਹਿੰਦੇ ਨੇ ਗੁਰੂ ਦੇਵ ਵਾਹਿਗੁਰੂ ਦੇ ਮਤ ਗਿਆਨ ਰੂਪੀ ਖੜਗ ਦੇ ਜੋਰ ਨਾਲ, ਗਿਆਨ ਰੂਪੀ ਖੜਗ ਦੇ ਨਾਲ ਆਤਮਿਕ ਬਲ ਜਿਹੜਾ ਹੈ ਉਹ ਮਹਾਰਾਜ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਬਖਸ਼ ਦਿੱਤਾ, ਭਾਈ ਲਹਿਣੇ ਨੂੰ ਦੇ ਦਿੱਤਾ। ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵੰਦਾ। ਇਸ ਤਰ੍ਹਾਂ ਪ੍ਰਕਰਮਾਂ ਕੀਤੀਆਂ ਨੇ ਔਰ ਮਹਾਰਾਜ ਦੀ ਉਸਤਤ ਵਿੱਚ ਇਹ ਬਚਨ ਨੇ ਗੁਰ ਚੇਲੇ ਰਹਿ ਰਾਸ ਕੀ। ਗੁਰੂ ਨਾਨਕ ਸਾਹਿਬ ਜੀ ਨੇ ਜਿਉਂਦੇ ਜੀ ਮਹਾਰਾਜ ਨੇ ਸੀਸ ਝੁਕਾਉਂਦਿਆਂ ਸੇਵਕ ਨੂੰ ਰਹਿਰਾਸ ਦਾ ਅਰਥ ਹੈ ਮੱਥਾ ਟੇਕਿਆ। ਇਹ ਰਹਿਰਾਸ ਸ਼ਬਦ ਜਿਹੜਾ ਹੈ ਗੁਰੂ ਨਾਨਕ ਸਾਹਿਬ ਦੀ ਸਿੱਧ ਗੋਸ਼ਟ ਬਾਣੀ ਅੰਦਰ ਵੀ ਆਇਆ, ਤਿਸ ਆਗੇ ਰਹਿਰਾਸ ਹਮਾਰੀ। ਉਹਨਾਂ ਦੇ ਅੱਗੇ ਨਮਸਕਾਰ ਹੈ, ਡੰਡੌਤ ਹੈ, ਬੰਦਨਾ ਹੈ। ਮਹਾਰਾਜ ਕਹਿੰਦੇ ਮਾਲਕ ਨੇ ਸੱਤਾ ਬਲਵੰਡ ਜੀ ਉਚਾਰਨ ਕਰਦੇ ਨੇ ਜੀਵਦਿਆਂ ਹੀ ਗੁਰਿਆਈ ਦਾ ਜਿਹੜਾ ਤਿਲਕ ਸੀ ਉਹ ਦੇ ਦਿੱਤਾ। ਸਹਿ ਟਿੱਕਾ ਦਿੱਤੋ ਸਜੀਵਨ ਦੇ। ਅੱਗੇ ਫਿਰ ਬਚਨ ਨੇ ਲਹਿਣ ਦੀ ਫੇਰ ਆਈ ਨਾਨਕਾ ਦੋਹੀ ਖੱਟੀ। ਗੁਰੂ ਨਾਨਕ ਸਾਹਿਬ ਦੀ ਦੋਹੀ, ਗੁਰੂ ਨਾਨਕ ਦੀ ਥਾਂ ਹੁਣ ਲਹਿਣੇ ਦੀ ਦੋਹੀ ਫਰਾਈ ਗਈ। ਸੰਸਾਰ ਦੇ ਅੰਦਰ ਜਿਹੜੀ ਸ਼ੋਭਾ ਹੈ, ਜਿਹੜੀ ਵਡਿਆਈ ਹੈ, ਉਹ ਦੂਰ ਦੂਰ ਤੱਕ ਫੈਲ ਗਈ ਹੈ ਔਰ ਮਾਲਕ ਨੇ ਇਹ ਕਿਰਪਾ ਕੀਤੀ ਹੈ। ਇਹ ਵੱਡਾ ਰਾਜ, ਉਹ ਮਹਾਨ ਬਖਸ਼ਿਸ਼ ਹੈ। ਹਜੂਰ ਕਹਿੰਦੇ ਨੇ ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਆ। ਸੱਤਾ ਬਲਵੰਡ ਜੀ ਕਿਰਪਾ ਕਰਦੇ ਨੇ ਮਹਾਰਾਜ ਦੇ ਦਰ ਦੇ ਸੇਵਕ। ਉਹ ਕਹਿੰਦੇ ਨੇ ਅਸਲ ਵਿੱਚ ਉਹੀ ਜੋਤ ਤੇ ਉਹੀ ਜੁਗਤ ਸੀ, ਬਸ ਜੁਗਤ ਵਰਤਾਈ ਮਹਾਰਾਜ ਨੇ, ਕੇਵਲ ਸਰੀਰ ਬਦਲਿਆ। ਇਹ ਸੰਗਤ ਜੀ ਬਹੁਤ ਔਖਾ ਹੈ ਜਦੋਂ ਗੁਰਮਤਿ ਵਿਆਖਿਆਕਾਰ ਗੱਲ ਕਰਦੇ ਨੇ। ਅਸਲ ਵਿੱਚ ਸਿੱਖਾਂ ਦੇ ਗੁਰੂ 10 ਨੇ, ਸਮਝਣ ਦੀ ਲੋੜ ਹੈ ਸਾਨੂੰ। ਜਾਮੇ 10 ਨੇ, ਗੁਰੂ ਇੱਕ ਹੈ, ਜੋਤ ਇੱਕ ਹੈ। ਸਭ ਤੋਂ ਵੱਡੀ ਅਗਵਾਈ ਸਾਡੇ ਕੋਲ ਇਹ ਹੈ ਜਦੋਂ ਕਹਿੰਦੇ ਨੇ ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਏ। ਰਹੋ ਵਿਚਾਰ ਚੁੱਲ੍ਹੇ ਸੋ ਛੱਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀਐ। ਇਸ ਤਰ੍ਹਾਂ ਮੰਨੋ ਉਹ ਮਹਾਨ ਬਖਸ਼ਿਸ਼ ਵਰਤ ਰਹੀ ਹੈ ਔਰ ਮਹਾਨ ਰਹਿਮਤ ਹੋ ਰਹੀ ਹੈ। ਗੁਰੂ ਦੇ ਉਪਦੇਸ਼ ਰੂਪੀ ਹੱਟੀ ਜਿਹੜੀ ਹੈ ਉਹਦੇ ਤੇ ਭਾਈ ਲਹਿਣਾ ਜੀ ਗੁਰੂ ਅੰਗਦ ਦੇ ਰੂਪ ਅੰਦਰ ਬਿਰਾਜਮਾਨ ਨੇ ਔਰ ਸ਼ਬਦ ਦਾ ਉਪਦੇਸ਼ ਜਿਹੜਾ ਉਹ ਬਖਸ਼ ਰਹੇ ਨੇ, ਉਹ ਕਿਰਪਾ ਵਰਤਾ ਰਹੇ ਨੇ। ਕਰਹਿ ਜੇ ਗੁਰ ਫੁਰਮਾਇਆ ਸਿਲ ਜੋਗ ਅਲੂਣੀ ਚੱਟੀ। ਜੋ ਗੁਰੂ ਨੇ ਬਚਨ ਕੀਤੇ ਉਹਨਾਂ ਨੂੰ ਮੰਨਦੇ ਨੇ ਔਰ ਵਾਹਿਗੁਰੂ ਨਾਲ ਜੁੜਨ ਦਾ ਜਿਹੜਾ ਰਸਤਾ ਹੈ ਜੀ ਅਲੂਣੀ ਸਿਲ ਹੈ। ਇਹ ਅਲੂਣੀ ਸਿਲਾ ਚੱਟਣ ਦੇ ਵਾਂਗ ਜਿਹਦੇ ਵਿੱਚੋਂ ਕੋਈ ਮਨੁੱਖ ਨੂੰ ਸਵਾਦ ਨਹੀਂ, ਰਸ ਨਹੀਂ ਆ ਸਕਦਾ। ਗੁਰੂ ਕੀ ਸੇਵਾ ਕਰਨੀ, ਗੁਰੂ ਕੇ ਦਰ ਨਾਲ ਜੁੜਨਾ ਇਸ ਤਰ੍ਹਾਂ ਦੀ ਘਾਲਣਾ ਹੈ। ਔਰ ਮਹਾਰਾਜ ਨੇ ਅੱਗੇ ਜੋ ਬਖਸ਼ਿਸ਼ਾਂ ਕੀਤੀਆਂ ਉਹਦਾ ਜ਼ਿਕਰ ਕਰਦੇ ਨੇ। ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨ ਆਵੀ ਖੱਟੀ। ਮਹਾਰਾਜ ਦੇ ਜੀਵਨ ਅੰਦਰ ਔਰ ਮਹਾਰਾਜ ਦੇ ਦਰ 'ਤੇ ਫਿਰ ਇਸ ਤਰ੍ਹਾਂ ਦੀ ਵਡਿਆਈ ਅਤੇ ਸ਼ੋਭਾ ਹੋ ਰਹੀ ਹੈ ਜੀ। ਇਸ ਤਰ੍ਹਾਂ ਦੀ ਖੱਟੀ ਦੇ ਵਿੱਚ ਭਾਵ ਕਿ ਲੰਗਰ ਦੇ ਅੰਦਰ ਦੋ ਤਰ੍ਹਾਂ ਦੇ ਲੰਗਰ ਚੱਲ ਰਹੇ ਨੇ। ਇੱਕ ਤਾਂ ਲੰਗਰ ਚੱਲੈ ਗੁਰ ਸ਼ਬਦ ਹਰ, ਇੱਕ ਤਾਂ ਸੰਸਾਰਕ ਪ੍ਰਸ਼ਾਦਾ ਲੋੜਵੰਦਾਂ ਨੂੰ ਮਿਲਦਾ ਹੈ, ਇੱਕ ਹੈ ਸ਼ਬਦ ਦਾ ਲੰਗਰ। ਗੁਰੂ ਸ਼ਬਦ ਦੇ ਲੰਗਰ ਅੰਦਰ ਵੀ ਕੋਈ ਤੋਟਾ ਨਹੀਂ ਆ ਰਹੀ ਔਰ ਮਾਲਕ ਨੇ ਇਹ ਦਾਤ ਦਿੱਤੀ ਹੈ। ਖਰਚੇ ਦਿੱਤ ਖਸਮ ਦੀ ਆਪ ਕਹਿੰਦੀ ਖੈਰ ਦੁਪੱਟੀ। ਇਹ ਦਿੱਤੀ ਹੋਈ ਦਾਤ ਜਿਹੜੀ ਹੈ
ਉਹ ਨਾਮ ਦੀ ਦਾਤ ਆਪ ਖਾਂਦੇ ਨੇ, ਪੁੰਚਦੇ ਨੇ, ਹੋਰਨਾਂ ਨੂੰ ਖੈਰ ਦਾਤ ਚੰਗੀ ਤਰ੍ਹਾਂ ਵੰਡਦੇ ਨੇ ਜੀ। ਹੋਵੈ ਸਿਫਤ ਖਸਮ ਦੀ, ਨੂਰੇ ਅਰਸੋਂ ਕੁਰਸੋਂ ਝੱਟੀਐ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਅਰਸ਼ ਕੁਰਸ਼ ਭਾਵ ਆਕਾਸ਼ ਤੋਂ ਸੂਰਜ ਚੰਦ ਤੇ ਟਿੱਕੀ ਤੋਂ ਈਸ਼ਵਰੀ ਮੰਡਲ ਤੱਕ ਸਾਰੇ ਪਾਸੇ ਗੁਰੂ ਗਿਆਨ ਜਿਹੜਾ ਹੈ ਉਹ ਚੱਲ ਰਿਹਾ ਹੈ। ਗੁਰੂ ਗਿਆਨ ਦੇ ਸੋਮੇ ਚੱਲ ਰਹੇ ਨੇ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਭਾਈ ਸੱਤਾ ਤੇ ਬਲਵੰਡ ਕਹਿੰਦੇ, ਹੇ ਗੁਰੂ ਅੰਗਦ ਦੇਵ, ਤੁਹਾਡੇ ਦਰਸ਼ਨ ਕਰਕੇ ਜਨਮਾਂ ਜਨਮਾਂਤਰਾਂ ਦੀ ਮੈਲ ਉਤਰ ਜਾਂਦੀ ਹੈ ਲੱਗੀ ਹੋਈ ਮਨਾਂ ਨੂੰ। ਸੱਚ ਜੇ ਗੁਰ ਫੁਰਮਾਇਆ, ਕਿਉ ਏਦੋਂ ਬੋਲੋਂ ਹਟੀਐ। ਗੁਰੂ ਨਾਨਕ ਨੇ ਇਹ ਸੱਚ ਫਰਮਾਇਆ ਔਰ ਗੁਰੂ ਅੰਗਦ ਨੂੰ ਗੁਰੂ ਮੰਨਣ ਤੋਂ ਫਰਮਾਨ ਦਿੱਤਾ ਹੈ। ਤਾਂ ਇਹਦੇ ਵਿੱਚ ਉਹ ਕਹਿੰਦੇ ਕਿਸੇ ਨੂੰ ਕੀ ਲੋੜ ਹੈ, ਕਿਉਂਕਿ ਸੰਗਤ ਜੀ ਬਾਬਾ ਸ਼੍ਰੀ ਚੰਦ ਨੇ, ਲਖਮੀ ਦਾਸ ਨੇ ਦਾਅਵਾ ਕੀਤਾ ਸੀ ਔਰ ਸਾਖੀ ਆਪਾਂ ਉਹ ਵੀ ਸੁਣੀ ਹੈ। ਮਹਾਰਾਜ ਜਦੋਂ ਖਡੂਰ ਦੀ ਧਰਤੀ ਤੇ ਆ ਗਏ, ਗੁਰੂ ਕਾ ਹੁਕਮ ਮੰਨ ਕੇ ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰਾ ਜੋਤ ਜਗਾਈ। ਤਾਂ ਮਹਾਰਾਜ ਕੁਝ ਸਮਾਂ ਇੱਕ ਕਮਰੇ ਵਿੱਚ ਵੀ ਇਕਾਂਤ ਵਸ ਰਹੇ ਨੇ। ਬਾਬਾ ਬੁੱਢਾ ਸਾਹਿਬ ਨੇ, ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਹਮਣੇ ਆਏ ਔਰ ਇਸ ਤਰ੍ਹਾਂ ਮਹਾਰਾਜ ਨੇ ਕੌਤਕ ਕੀਤੇ ਨੇ। ਭਾਈ ਸੱਤਾ ਬਲਵੰਡ ਕਹਿੰਦੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਇਹ ਗੁਰੂ ਨਾਨਕ ਸਾਹਿਬ ਜੀ ਨੇ ਆਪ ਕਿਰਪਾ ਕੀਤੀ ਹੈ, ਕਿਉਂਕਿ ਮਹਾਰਾਜ ਦੇ ਬਚਨ ਨੇ ਉਸਤਤ ਵਿੱਚ ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰਟੀਐ। ਪੁੱਤਰਾਂ ਨੇ ਮਹਾਰਾਜ ਦੇ ਬਚਨ ਨਹੀਂ ਮੰਨੇ, ਦਿਲ ਖੋਟੈ ਆਕੀ ਫਿਰਨ, ਬਨ ਭਾਰ ਉਚੈਨ ਛੱਟੀਐ। ਉਹ ਬਾਗੀ ਹੋਏ ਫਿਰਦੇ ਨੇ ਔਰ ਇਸ ਤਰ੍ਹਾਂ ਦਾ ਪਾਪਾਂ ਦਾ ਭਾਰ ਜਿਹੜਾ ਹੈ ਆਪਣੇ ਜੀਵਨ ਅੰਦਰ ਚੁੱਕੀ ਫਿਰਦੇ ਨੇ। ਜਿਨ ਆਖੀ ਸੋਈ ਕਰੇ, ਜਿਨ ਕੀਤੀ ਤਿਨੈ ਥੱਟੀਐ। ਜਿਸ ਗੁਰੂ ਨਾਨਕ ਨੇ ਆਖੀ, ਗੁਰੂ ਅੰਗਦ ਸਾਹਿਬ ਮਹਾਰਾਜ ਉਸ ਨੂੰ ਮੰਨਦੇ ਨੇ, ਉਹੀ ਕੁਝ ਕਰਦੇ ਨੇ। ਉਹ ਹਿਰਦੇ ਅੰਦਰ ਉਹਨਾਂ ਟਿਕਾਇਆ ਹੋਇਆ ਹੈ ਜੀ। ਔਰ ਸਾਹਿਬ ਜੀ ਦੀ ਪਾਵਨ ਉਸਤਤ ਅੰਦਰ ਅੱਗੇ ਬਚਨ ਨੇ, ਜਿਨ ਕੀਤੀ ਸੋ ਮੰਨ, ਜਿਨ ਆਖੀ ਸੋਈ ਕਰੇ, ਜਿਨ ਕੀਤੀ ਤਿਨੈ ਥੱਟੀਐ। ਕੌਣ ਹਾਰੇ ਕਿਨ ਉਵੱਟੀਐ। ਜਿੱਤਿਆ ਮਹਾਰਾਜ ਕਹਿੰਦੇ ਨੇ ਪੁੱਤਰਾਂ ਵਿੱਚੋਂ ਕੌਣ ਹਾਰਿਆ, ਕੌਣ ਜਿੱਤਿਆ। ਸੱਤਾ ਬਲਵੰਡ ਜੀ ਕਹਿੰਦੇ ਭਾਈ ਲਹਿਣਾ ਜੀ ਜਿੱਤ ਗਏ। ਕਿਉਂ? ਨਿਮਰਤਾ, ਆਗਿਆ ਔਰ ਇਹ ਬਚਨ ਸਨ ਗੁਰੂ ਅੰਗਦ ਸਾਹਿਬ ਜੀ ਦੇ ਸ਼ਲੋਕਾਂ ਅੰਦਰ। ਜਿਸ ਪਿਆਰੇ ਸਿਉਨੇ ਹੋ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਇਹ ਮਹਾਰਾਜ ਦੇ ਦਰ ਦੀ ਵਡਿਆਈ ਭਾਈ ਸੱਤਾ ਬਲਵੰਡ ਜੀ ਉਚਾਰਨ ਕਰਦੇ ਨੇ। ਜਿਨ ਕੀਤੀ ਸੋ ਮੰਨਣਾ, ਕੋ ਸਾਲ ਜਿਵਾਹੇ ਸਾਲੀ। ਧਰਮ ਰਾਏ ਹੈ ਦੇਵਤਾ, ਲੈ ਗੱਲਾਂ ਕਰੇ ਦਲਾਲੀ। ਜਿਸ ਗੁਰੂ ਅੰਗਦ ਨੇ ਹੁਕਮ ਅਨੁਸਾਰ ਉਹ ਮੰਨਣ ਯੋਗ ਹੋ ਗਿਆ, ਹੁਕਮ ਮੰਨਿਆ ਔਰ ਸਾਰ ਸ੍ਰਿਸ਼ਟ ਇਹ ਹੈ ਮਹਾਰਾਜ ਦੇ ਇਸ ਵਡਿਆਈ ਅੰਦਰ ਉਦਾਹਰਨ ਦਿੱਤੀ ਹੈ ਜਵਾਹਾਂ ਦੀ ਔਰ ਚੌਲਾਂ ਦੀ। ਭਾਵ ਕਿ ਨਿਰਣਾ ਕਰਨਾ ਇਹ ਸੌਖਾ ਹੋ ਗਿਆ ਔਰ ਗੁਰੂ ਅੰਗਦ ਸਾਹਿਬ ਜੀ ਨੂੰ ਇਹ ਵਡਿਆਈ ਪ੍ਰਾਪਤ ਹੋਈ ਹੈ ਜੀ। ਸਤਿਗੁਰ ਆਖੈ ਸੱਚਾ ਕਰੇ, ਸਭ ਬਾਤ ਹੋਵੈ ਦਰਹਾਲੀ। ਗੁਰ ਅੰਗਦ ਦੀ ਦੋਹੀ ਪਿਰੀ, ਸਚ ਕਰਤੇ ਬੰਦ ਬਹਾਲੀ। ਨਾਨਕ ਕਾਇਆ ਪਲਟ ਕਰ, ਮਲ ਤਖਤ ਬੈਠਾ ਸੈ ਡਾਲੀ। ਦਰ ਸੇਵੇ ਉਮਤ ਖੜੀ, ਮਸਕਲੇ ਹੋਏ ਜੰਗਾਲੀ। ਦਰ ਦਰਵੇਸ ਖਸਮ ਦੈ ਨਾਏ, ਸੱਚੇ ਬਾਣੀ ਲਾਲੀ। ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਉ ਪਤਰਾਲੀ। ਲੰਗਰ ਦੌਲਤ ਵੰਡੀਐ, ਰਸ ਅੰਮ੍ਰਿਤ ਖੀਰ ਘਿਆਲੀ। ਮਹਾਰਾਜ ਦੀ ਵਡਿਆਈ ਅੰਦਰ ਇਹ ਸਾਰੇ ਬਚਨ ਨੇ ਜੀ। ਸਮਾਂ ਸੰਖੇਪ ਹੈ ਔਰ ਇੱਕ ਗੱਲ ਇੱਥੇ ਮਹਾਰਾਜ ਦੀ ਵਡਿਆਈ ਅੰਦਰ ਹੋਰ ਆਈ, ਉਹ ਹੈ ਮਾਤਾ ਖੀਵੀ ਜੀ ਦੀ, ਗੁਰੂ ਕੇ ਮਹਿਲਾਂ ਦੀ, ਜਿਨ੍ਹਾਂ ਲਈ ਲੰਗਰ ਦੀ ਸਮੁੱਚੀ ਸੇਵਾ ਆਪ ਪ੍ਰਾਪਤ ਕੀਤੀ। ਔਰ ਉਸ ਲੰਗਰ ਦੇ ਅੰਦਰ ਘਿਓ ਵਾਲੀ ਜਿਹੜੀ ਖੀਰ, ਰਸ ਖੀਰ ਘਿਆਲੀ ਅੰਮ੍ਰਿਤਮਈ, ਉਹਦਾ ਵੀ ਜ਼ਿਕਰ ਕੀਤਾ। ਭਾਵ
ਕਿ ਸਾਡੇ ਲੰਗਰ ਦੇ ਅੰਦਰ ਵੀ, ਸਾਡੀ ਪਰੰਪਰਾ ਦੇ ਵਿੱਚ ਵੀ ਉਹ ਕੁਝ ਹੋਵੇ ਜੋ ਸਾਡੇ ਸਤਿਗੁਰਾਂ ਨੇ ਹੁਕਮ ਦ੍ਰਿੜ ਕਰਵਾਏ ਨੇ। ਲੰਗਰ ਦੇ ਅੰਦਰ ਸਾਦਗੀ, ਲੰਗਰ ਦੇ ਅੰਦਰ ਮਰਜ਼ਾਦਾ ਔਰ ਉਹਨਾਂ ਪਰੰਪਰਾ ਨੂੰ ਅੱਜ ਵੀ ਯਾਦ ਰੱਖੀਏ ਸੰਗਤ ਜੀ। ਇਸ ਤਰ੍ਹਾਂ ਮਹਾਰਾਜ ਦੀ ਵਡਿਆਈ ਅੰਦਰ ਬਚਨ ਨੇ ਲਹਿਣੇ ਧਰਿਓ ਨਛੱਤਰ ਸਿਰ, ਅਸਮਾਨਾ ਅਸਮਾਨ ਕਿਆੜਾ ਛਕਿਓਨ। ਉਸ ਮਾਲਕ ਦੀ ਕਿਰਪਾ ਹੋਈ। ਗੁਰੂ ਨਾਨਕ ਨੇ ਜਦੋਂ ਬਖਸ਼ਿਸ਼ ਕੀਤੀ ਫੇਰ ਵਸਾਇਆ ਫੇਰੋ ਆਣ। ਇਸ ਵਾਰ ਦਾ ਸੰਪੂਰਨ ਪਾਠ ਰੋਜ਼ਾਨਾ ਨਿਤਨੇਮ ਦੇ ਨਾਲ ਕਰਿਆ ਕਰੀਏ। ਗੁਰੂ ਕੀਆਂ ਬਰਕਤਾਂ ਤੇ ਗੁਰੂ ਕੇ ਦਰ ਦੀ ਮਰਜ਼ਾਦਾ ਦਾ ਸਾਨੂੰ ਪਤਾ ਚੱਲ ਜਾਵੇਗਾ। ਸਾਖੀ ਯਾਦ ਰੱਖਿਓ, ਪੜ੍ਹ ਲਿਓ ਭਾਈ ਮਲੂਕੇ ਚੌਧਰੀ ਦੀ। ਗੁਰੂ ਕਾ ਹੁਕਮ ਮੰਨਿਆ, ਫਿਰ ਹੁਕਮ ਦੀ ਅਦੁੱਲੀ ਕੀਤੀ ਔਰ ਕੀ ਕੁਝ ਹੋਇਆ ਜੀਵਨ ਅੰਦਰ। ਇਹ ਸਾਖੀ ਜ਼ਰੂਰ ਜਾ ਕੇ ਪੜ੍ਹਿਓ ਜੀ। ਔਰ ਮਹਾਰਾਜ ਦਾ ਹੁਕਮ ਮੰਨਣ ਨਾਲ ਹੀ ਜੀਵਨ ਅੰਦਰ ਬਰਕਤਾਂ ਨੇ, ਜੀਵਨ ਅੰਦਰ ਸੁੱਖ ਨੇ। ਸਤਿਗੁਰੂ ਕਿਰਪਾ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।